ਜਿਹੜੇ ਨਵੇਂ ਭਾਜਪਾਈ ਬਣੇ ਨੇ ਕਾਂਗਰਸੀ ਲੀਡਰ ਸੁਨੀਲ ਜਾਖੜ ਵੀ ਨੇ, ਜਿਨ੍ਹਾਂ ਦੇ ਵਿੱਚ ਸਾਬਕਾ ਮੰਤਰੀ ਵੀ 3-4 ਨੇ, ਚਾਹੇ ਉਹ ਗੁਰਪ੍ਰੀਤ ਕਾਂਗੜ ਹੋਣ, ਬਲਵੀਰ ਸਿੰਘ ਸਿੱਧੂ ਹੋਣ। ਜਿਹੜੇ ਨਵੇਂ ਬਣੇ ਨੇ ਇਹ ਉੱਥੇ ਕਿਉਂ ਨਹੀਂ ਦਿਖ ਰਹੇ ਜਲੰਧਰ ਦੇ ਵਿੱਚ? ਉਹ ਜਿਹੜੇ ਦਰਸ਼ਨੀ ਘੋੜੇ ਨੇ ਉਹ ਜਲੰਧਰ 'ਚ ਦਿਖ ਨਹੀਂ ਰਹੇ ਹੈਗੇ। ਸ਼ਾਇਦ ਭਾਰਤੀ ਜਨਤਾ ਪਾਰਟੀ ਨੇ ਕਹਿ ਦਿੱਤਾ ਹੋਵੇ ਵੀ ਤੁਹਾਡੇ ਉੱਥੇ ਦਰਸ਼ਨਾਂ ਦੀ ਲੋੜ ਨਹੀਂ ਹੈਗੀ, ਤੁਸੀਂ ਘਰਾਂ ਦੇ ਵਿੱਚ ਠੀਕ ਲੱਗਦੇ ਨੇ, ਤੁਸੀਂ ਆਪਣੇ ਘਰ 'ਚ ਦਰਸ਼ਨ ਦੇਈ ਚਲੋ, ਉਹ ਜ਼ਿਆਦਾ ਬੈਟਰ ਹੈ। ਤੁਸੀਂ ਬੀਜੇਪੀ ਦਫ਼ਤਰ ਜਦੋਂ ਜਾਂਦੇ ਸੀ ਤੁਹਾਨੂੰ ਇਹ ਭੁਲੇਖਾ ਪੈ ਜਾਂਦਾ ਸੀ ਕਿ ਬੀਜੇਪੀ ਦਫ਼ਤਰ ਜਾ ਰਹੇ ਹਾਂ ਕਿ ਜੇ ਕਾਂਗਰਸ ਦੇ ਦਫ਼ਤਰ ਆ ਚੁੱਕੇ ਨੇ। ਸਾਰੇ ਦੇ ਸਾਰੇ ਜਿਹੜੇ ਕਾਂਗਰਸੀ ਨੇ ਟੌਪ ਦੇ ਉਹ ਬੀਜੇਪੀ 'ਚ ਬੈਠੇ ਸੀ। ਹੁਣ ਦਰਸ਼ਨ ਕਿਹੜੇ ਮੂੰਹ ਨਾਲ ਦੇਣ ਉੱਤੇ, ਕਿਉਂਕਿ ਪਹਿਲਾਂ 22 ਦੇ ਵਿੱਚ ਤੇ ਬੀਜੇਪੀ ਦੇ ਖਿਲਾਫ ਬੋਲਦੇ ਰਹੇ ਨੇ, ਹੁਣ ਬੀਜੇਪੀ ਦੇ ਸਿਪਾਹੀ ਬਣ ਕੇ ਕਾਂਗਰਸ ਦੇ ਖਿਲਾਫ ਬੋਲਣਾ ਪਊਗਾ। ਭੁੱਖੇ ਨੂੰ ਭੁੱਖਾ ਟੱਕਰੇ ਤੇ ਦੋਨੇ ਗਸ਼ ਖਾ ਕੇ ਡਿੱਗ ਪਏ। ਜਾਂ ਕੀ ਭਗਵੰਤ ਮਾਨ ਸਾਹਿਬ ਦਾ ਡਰਾਵਾ ਸੀ ਕਿ ਡਰਦਿਆਂ ਮਾਰੇ ਬੀਜੇਪੀ 'ਚ ਚਲੇ ਗਏ ਕਿ ਹੁਣ ਭਗਵੰਤ ਮਾਨ ਸਾਹਿਬ ਸਾਨੂੰ ਹੱਥ ਨਹੀਂ ਲਾ ਸਕਦੇ ਕਿਉਂਕਿ ਸਾਡੇ ਸਿਰ ਤੇ ਹੱਥ ਕਿਹਦਾ ਹੈਗਾ? ਅਮਿਤ ਸ਼ਾਹ ਤੇ ਨਰਿੰਦਰ ਮੋਦੀ ਸਾਹਿਬ ਦਾ। ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਆ ਵੀਡੀਓ ਜਿਹੜੀ ਅੰਮ੍ਰਿਤਸਰ ਸਾਹਿਬ ਤੋਂ ਆਉਂਦੀ ਹੈ, ਔਰ ਉਹ ਵੀਡੀਓ ਦੇ ਕਰਕੇ ਹੁਣ ਜਿਹੜਾ ਨਵਾਂ ਪੱਖ ਸਾਹਮਣੇ ਆਇਆ। ਹਰਿਆਣੇ ਤੋਂ ਭਾਈ ਸਾਹਿਬ ਬੋਲ ਰਹੇ ਨੇ, ਜੇ ਪਹਿਲਾਂ ਹੀ ਆਪਣੀ ਧੀ ਨੂੰ ਸਮਝਾ ਲੈਂਦੇ ਕਿ ਬੇਟਾ ਆਪਾਂ ਗੁਰੂ ਘਰ ਜਾ ਰਹੇ ਹਾਂ, ਇਹ ਚੀਜ਼ਾਂ ਨਹੀਂ ਸ਼ੋਭਾ ਦਿੰਦੀਆਂ ਹੈਗੀਆਂ। BSF ਨੇ 25,000 ਲੋਕਾਂ ਵਾਸਤੇ ਇੱਕ ਸਟੇਡੀਅਮ ਤਿਆਰ ਕਰ ਦਿੱਤਾ ਗਿਆ। ਜੋ ਜਵਾਕ, ਜਨਾਨੀਆਂ, ਬੁੱਢੀਆਂ, ਠੇਰੀਆਂ, ਬੰਦੇ ਇਹ ਤੇਰੇ ਦੀ ਰਿਟਰੀਟ ਸਰਮਨੀ ਤੋਂ ਪਹਿਲਾਂ ਨੱਚਦੇ, ਭੁੜਕਦੇ, ਭੰਗੜਾ ਪਾਉਂਦੇ ਗਏ। ਯਾਰ ਕੀ ਆ, ਪੰਜਾਬ ਵੱਢ ਕੇ ਤੁਸੀਂ ਸਰਹੱਦ ਬਣਾਈ ਆ। 10 ਲੱਖ ਲੋਕ ਮਾਰ ਕੇ 30 ਲੱਖ ਲੋਕ ਜਾੜ ਕੇ ਧੀਆਂ ਭੈਣਾਂ ਦੀਆਂ, ਪੰਜਾਬੀਆਂ ਨੇ ਇੱਕ ਦੂਜੇ ਦੀਆਂ ਬਿਪਤਾਂ ਲੁੱਟ ਕੇ ਉਹ ਸਰਹੱਦ ਬਣੀਆਂ। ਉਹ ਜਦੋਂ ਜਾਂਦੇ ਨੇ ਦੇਸ਼ ਦੇ ਤਿਰੰਗਾ ਲਾ ਕੇ, ਉਹ ਠੀਕ ਹੈ ਕੁੜੀ ਆ ਗਈ ਹੋਊਗੀ ਕਿ 2014 ਤੋਂ ਬਾਅਦ ਹੀ ਲੋਕਾਂ ਨੂੰ ਪਤਾ ਲੱਗਾ ਕਿ ਹਿੰਦੁਸਤਾਨ ਦੇ ਵਿੱਚ ਦੇਸ਼ ਭਗਤੀ ਆ। ਉਸ ਤੋਂ ਪਹਿਲਾਂ ਤਾਂ ਦੇਸ਼ ਭਗਤੀ ਨਹੀਂ ਹੈਗੀ। ਇੱਕ ਦੇਸ਼ ਭਗਤੀ ਬੀਜੇਪੀ ਕਰਕੇ ਆ ਗਈ ਹਿੰਦੁਸਤਾਨ ਦੇ ਵਿੱਚ, ਇੱਕ ਇਮਾਨਦਾਰੀ ਉਹ ਆਮ ਆਦਮੀ ਪਾਰਟੀ ਕਰਕੇ ਆ ਗਈ। ਮਤਲਬ ਉਸ ਤੋਂ ਪਹਿਲਾਂ ਦੁਨੀਆ ਸਾਰੀ ਬੇਈਮਾਨ ਸੀ, ਉਸ ਤੋਂ ਪਹਿਲਾਂ ਜਿਹੜੀ ਸਾਰੀ ਦੁਨੀਆ ਹਿੰਦੁਸਤਾਨ ਦੀ ਉਹ ਦੇਸ਼ ਭਗਤ ਨਹੀਂ ਸੀ। ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਸੰਦੀਪ ਲਾਧੂਕਾ। ਗੱਲ ਕਰਾਂਗੇ ਜਲੰਧਰ ਲੋਕ ਸਭਾ ਜਿਮਣੀ ਚੋਣ ਨਾਲ ਜੁੜੇ ਇੱਕ ਹੋਰ ਸਮੀਕਰਨ ਦੀ। ਉਹ ਨਵੀਂ ਤਸਵੀਰ ਕੀ ਹੈ ਜਿਸ ਦੇ ਉੱਤੇ ਧਿਆਨ ਸ਼ਾਇਦ ਹੀ ਕਿਸੇ ਦਾ ਗਿਆ ਹੋਵੇ। ਉਹ ਇਹ ਹੈ ਕਿ ਜਿਹੜੇ ਨਵੇਂ ਭਾਜਪਾਈ ਬਣੇ ਨੇ ਕਾਂਗਰਸੀ ਲੀਡਰ, ਜਿਨ੍ਹਾਂ ਦੇ ਵਿੱਚ ਸੁਨੀਲ ਜਾਖੜ ਵੀ ਨੇ, ਜਿਨ੍ਹਾਂ ਦੇ ਵਿੱਚ ਸਾਬਕਾ ਮੰਤਰੀ ਵੀ 3-4 ਨੇ, ਚਾਹੇ ਉਹ ਗੁਰਪ੍ਰੀਤ ਕਾਂਗੜ ਹੋਣ, ਬਲਵੀਰ ਸਿੰਘ ਸਿੱਧੂ ਹੋਣ, ਜਾਂ ਇਸ ਤੋਂ ਇਲਾਵਾ ਕਿਉਂਕਿ ਉਹਨਾਂ ਦੇ ਵਿੱਚੋਂ ਇੱਕ ਲੀਡਰ ਆ ਜਿਹੜਾ ਉਹ ਤਾਂ ਉਸ ਮਸਲੇ ਦੇ ਵਿੱਚ ਸੁੰਦਰ ਸ਼ਾਮ ਅਰੋੜਾ ਦੀ ਗੱਲ ਕਰ ਰਹੇ ਹਾਂ, ਤਾਂ ਹਿਰਾਸਤ ਵਿੱਚ ਵੀ ਲਏ ਗਏ। ਤਾਂ ਇਹ ਜਿਹੜੇ ਨਵੇਂ ਬਣੇ ਨੇ ਇਹ ਉੱਥੇ ਕਿਉਂ ਨਹੀਂ ਦਿਖ ਰਹੇ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ? ਵਜ੍ਹਾ ਕੀ ਹੋ ਸਕਦੀ ਹੈ, ਇਸ ਦੇ ਉੱਤੇ ਗੱਲ ਕਰਾਂਗੇ। ਤੇ ਇੱਕ ਜਿਹੜੀ ਤਸਵੀਰ ਵਾਇਰਲ ਹੋਈ ਸੀ ਦਰਬਾਰ ਸਾਹਿਬ ਦੇ ਬਾਹਰ, ਜਿੱਥੇ ਇੱਕ ਰੌਲਾ ਪੈ ਗਿਆ, ਵੀਡੀਓ ਜਾਰੀ ਹੋ ਗਈ, ਜਿਸ ਤੋਂ ਬਾਅਦ ਚਰਚਾ ਛਿੜੀ ਕਿ ਦੇਸ਼ ਭਗਤੀ ਦਾ ਸਰਟੀਫਿਕੇਟ ਜਿਹੜਾ ਵੰਡਿਆ ਜਾ ਰਿਹਾ ਜਾਂ ਸੇਵਾਦਾਰ ਨਾਲ ਜਿਵੇਂ ਉਲਝਣ ਤਾਣੀ ਹੋਈ। ਤੇ ਹੁਣ ਜਿਹੜੇ ਵੀਡੀਓ ਬਣਾ ਰਹੇ ਨੇ, ਜਿਹੜੀ ਕੁੜੀ ਵੀਡੀਓ ਬਣਾ ਰਹੀ ਹੈ, ਉਸਦੇ ਪਿਓ ਦਾ ਪੱਖ ਸਾਹਮਣੇ ਆਇਆ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ। ਉਸ ਦੇ ਉੱਤੇ ਵੀ ਗੱਲ ਕਰਾਂਗੇ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ, ਇਸ ਦੋਵਾਂ ਮਸਲਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ। ਭੁੱਲਰ ਸਾਹਿਬ, ਜਿਹੜੀ ਗੱਲ ਜਲੰਧਰ ਲੋਕ ਸਭਾ ਜਿਮਣੀ ਚੋਣ ਦੀ ਕਈ ਤਰ੍ਹਾਂ ਦੀਆਂ ਚਰਚਾਵਾਂ ਸੀ, ਪਰ ਜਿਹੜੀ ਇੱਕ ਇਹ ਤਸਵੀਰ ਹੈ ਕਿ ਨਵੇਂ ਬਣੇ ਭਾਜਪਾਈ ਜਿਹੜੇ ਕਾਂਗਰਸੀ ਦਿੱਗਜ ਲੀਡਰ ਕਹਾਉਂਦੇ ਸੀ ਆਪਣੇ ਆਪ 'ਚ, ਉਹ ਦਿਖੇ ਨਹੀਂ ਹਾਲੇ ਤੱਕ ਉਸ ਢੰਗ ਦੇ ਨਾਲ ਜਿਵੇਂ ਦਿਖਣੇ ਚਾਹੀਦੇ ਸੀ। ਬਿਲਕੁਲ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਨੇ ਜਾਂ ਮਜਬੂਰੀ ਵਸ ਜਾਂ ਜਿਹੜੇ ਇਹ ਗਏ ਨੇ ਮਜਬੂਰੀ ਵਸ ਨਾ, ਉਹ ਜਿਹੜੇ ਦਰਸ਼ਨੀ ਘੋੜੇ ਨੇ ਉਹ ਜਲੰਧਰ 'ਚ ਦਿਖ ਨਹੀਂ ਰਹੇ ਹੈਗੇ। ਸ਼ਾਇਦ ਭਾਰਤੀ ਜਨਤਾ ਪਾਰਟੀ ਨੇ ਕਹਿ ਦਿੱਤਾ ਹੋਵੇ ਵੀ ਤੁਹਾਡੇ ਉੱਥੇ ਦਰਸ਼ਨਾਂ ਦੀ ਲੋੜ ਨਹੀਂ ਹੈਗੀ, ਤੁਸੀਂ ਘਰਾਂ ਦੇ ਵਿੱਚ ਠੀਕ ਲੱਗਦੇ ਨੇ, ਤੁਸੀਂ ਆਪਣੇ ਘਰ 'ਚ ਦਰਸ਼ਨ ਦੇਈ ਚਲੋ, ਉਹ ਜ਼ਿਆਦਾ ਬੈਟਰ ਹੈ। ਨਹੀਂ ਤਾਂ ਜਲੰਧਰ ਜਿਮਨੀ ਚੋਣ ਜਿੱਥੇ ਬੀਜੇਪੀ ਗਰਾਊਂਡ ਬਣਾ ਸਕਦੀ, ਇਸੇ ਕਰਕੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਮਲ ਕੀਤਾ, ਸੁਨੀਲ ਜਾਖੜ ਸਾਹਿਬ ਨੂੰ ਸ਼ਾਮਲ ਕੀਤਾ, ਗੁਰਪ੍ਰੀਤ ਕਾਂਗੜ, ਬਲਬੀਰ ਸਿੰਘ ਸਿੱਧੂ, ਫਤਿਹ ਜੰਗ ਬਾਜਵਾ, ਰਾਣਾ ਗੁਰਮੀਤ ਸਿੰਘ ਸੋਢੀ, ਕਿੰਨੇ ਲੰਮੀ ਲਾਈਨ ਸੀ। ਤੁਸੀਂ ਬੀਜੇਪੀ ਦਫ਼ਤਰ ਜਦੋਂ ਜਾਂਦੇ ਸੀ ਤੁਹਾਨੂੰ ਇਹ ਭੁਲੇਖਾ ਪੈ ਜਾਂਦਾ ਸੀ ਕਿ ਬੀਜੇਪੀ ਦਫ਼ਤਰ ਜਾ ਰਹੇ ਹਾਂ ਕਿ ਜੇ ਕਾਂਗਰਸ ਦੇ ਦਫ਼ਤਰ ਆ ਚੁੱਕੇ ਨੇ। ਸਾਰੇ ਦੇ ਸਾਰੇ ਜਿਹੜੇ ਕਾਂਗਰਸੀ ਨੇ ਟੌਪ ਦੇ ਉਹ ਬੀਜੇਪੀ 'ਚ ਬੈਠੇ ਸੀ। ਤੇ ਹੁਣ ਬੀਜੇਪੀ 'ਚ ਜਿਹੜੇ ਨਵੇਂ ਆਏ ਨੇ ਉਹ ਜਲੰਧਰ ਨਹੀਂ ਲੋਕਾਂ ਨੂੰ ਦਰਸ਼ਨ ਦੇ ਰਹੇ। ਹੁਣ ਦਰਸ਼ਨ ਕਿਹੜੇ ਮੂੰਹ ਨਾਲ ਦੇਣ ਉੱਤੇ, ਕਿਉਂਕਿ ਪਹਿਲਾਂ 22 ਦੇ ਵਿੱਚ ਤੇ ਬੀਜੇਪੀ ਦੇ ਖਿਲਾਫ ਬੋਲਦੇ ਰਹੇ ਨੇ, ਅਕਾਲੀ ਦਲ ਦੇ ਖਿਲਾਫ ਬੋਲਦੇ ਰਹੇ ਨੇ, ਆਪ ਦੇ ਖਿਲਾਫ ਬੋਲਦੇ ਰਹੇ ਨੇ, ਤੇ ਹੁਣ ਜਾ ਕੇ ਬੀਜੇਪੀ ਦੇ ਖਿਲਾਫ ਤੇ ਕਾਂਗਰਸ ਦੇ ਖਿਲਾਫ ਕਿਵੇਂ ਬੋਲਣਗੇ? ਹੁਣ ਬੀਜੇਪੀ ਦੇ ਸਿਪਾਹੀ ਬਣ ਕੇ ਕਾਂਗਰਸ ਦੇ ਖਿਲਾਫ ਬੋਲਣਾ ਪਊਗਾ। ਤੇ ਲੋਕ ਕਹਿਣਗੇ ਕਿ ਭਈ ਇਹ ਤੁਹਾਡੇ ਕੀ ਨੇ, ਤੁਹਾਡਾ ਪਹਿਲਾਂ ਤੁਸੀਂ ਹੋਰ ਸੀ, ਅੱਜ ਹੋਰ ਸੀ, ਤੁਹਾਡੇ ਤੇ ਵਿਸ਼ਵਾਸ ਕਿਸ ਰੂਪ 'ਚ ਕਰੀਏ ਕਿ ਪਹਿਲਾਂ ਤੁਸੀਂ ਕਾਂਗਰਸੀ ਸੀ,
ਕਿ ਹੁਣ ਬੀਜੇਪੀ ਆ, ਜਾਂ ਤੁਹਾਨੂੰ ਇਹ ਕਹੀਏ ਕਿ ਮਜਬੂਰੀ ਦਾ ਜਿਹੜਾ ਦੂਜਾ ਨਾਮ ਉਹ ਭਾਜਪਾ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਬੀਜੇਪੀ ਨੇ ਸ਼ਾਇਦ ਰੋਕਿਆ ਹੋਊਗਾ, ਲੇਕਿਨ ਕਿੰਨਾ ਕੁ ਚਿਰ ਰੋਕਣਗੇ। ਕੱਲ੍ਹ ਨੂੰ ਇਹਨਾਂ ਟਿਕਟਾਂ ਵੀ ਲੈਣੀਆਂ, ਤੁਸੀਂ ਲੋਕ ਸਭਾ ਰਹਿ ਗਈ, ਬੀਜੇਪੀ ਨੂੰ 13 ਬੰਦੇ ਚਾਹੀਦੇ ਨੇ, ਉਹ ਤਾਂ ਪਹਿਲਾਂ 3 ਤੇ ਲੜਦੀ ਰਹੀ ਆ। ਹੁਸ਼ਿਆਰਪੁਰ ਸੀਟ ਤੇ ਦੂਜੀ ਜਿਹੜੀ ਗੁਰਦਾਸਪੁਰ, ਇਹ ਸੀਟਾਂ 3 ਤੇ ਲੜਦੇ ਰਹੇ ਨੇ। ਤੇ ਹੁਣ ਜਿਹੜਾ ਸਵਾਲ ਇਹ ਆ ਕਿ 10 ਬੰਦੇ ਚਾਹੀਦੇ, ਤੇ 10 ਲੜਨ ਬੰਦੇ ਇਕੱਠੇ ਕਰਨ ਵਾਸਤੇ ਤੁਹਾਨੂੰ ਪਹਿਲਾਂ ਇਹ ਜਿਹੜੇ ਕਾਂਗਰਸ ਤੋਂ ਬੀਜੇਪੀ 'ਚ ਸ਼ਾਮਲ ਕਰਵਾਏ ਗਏ ਨੇ, ਉਹਨਾਂ 'ਚੋਂ ਵੀ ਬਹੁਤ ਸਾਰਿਆਂ ਨੂੰ ਦੇਣੀ ਪਊਗੀ। ਤੇ ਇਸ ਕਰਕੇ ਲੱਗਦਾ ਕਿ ਬੜਾ ਇਹਨਾਂ ਦੀ ਸਥਿਤੀ ਬਣੀ ਹੋਊਗੀ ਦੋਨਾਂ ਜਾਣਿਆਂ ਦੀ ਨਾ, ਕਿ ਉਹ ਸਿਆਣੇ ਕਹਿੰਦੇ ਹੁੰਦੇ ਨਾ ਕਿ ਭੁੱਖੇ ਨੂੰ ਭੁੱਖਾ ਟੱਕਰੇ ਤੇ ਦੋਨੇ ਗਸ਼ ਖਾ ਕੇ ਡਿੱਗ ਪਏ। ਤੇ ਬੀਜੇਪੀ ਦਾ ਤੇ ਜਿਹੜੇ ਬੀਜੇਪੀ ਦੇ ਵਿੱਚ ਇਹ ਕਾਂਗਰਸੀ ਗਏ, ਉਹਨਾਂ ਦਾ ਉਹੀ ਹਿਸਾਬ ਆ ਕਿ ਦੋਨੇ ਭੁੱਖੇ ਨੂੰ ਭੁੱਖੇ ਟੱਕਰੇ ਹੈਗੇ, ਦੋਨੇ ਗਸ਼ ਖਾ ਕੇ ਡਿੱਗ ਪਏ ਹੈਗੇ। ਤੇ ਉਹ ਹਿਸਾਬ ਆ ਕਿ ਇਹਨਾਂ ਦਾ ਬਣੂਗਾ ਕੀ। ਔਰ ਨਹੀਂ ਤੇ ਦਿਨ ਪ੍ਰਚਾਰ ਤਾਂ ਸ਼ੁਰੂ ਹੋ ਚੁੱਕਾ, ਰੋਡ ਸ਼ੋਅ ਸ਼ੁਰੂ ਹੋ ਨੇ, ਨੋਮੀਨੇਸ਼ਨ ਹੋ ਚੁੱਕੀ ਆ। ਤੇ ਕਦੋਂ ਕੱਢਣਾ? ਕੈਪਟਨ ਅਮਰਿੰਦਰ ਸਿੰਘ ਬਾਹਰੋਂ ਆ ਕੇ ਪਤਾ ਨਹੀਂ ਹੁਣ ਕਿੱਥੇ ਨੇ, ਸੁਨੀਲ ਜਾਖੜ ਸਾਹਿਬ ਕਿੱਥੇ ਨੇ, ਬਲਬੀਰ ਸਿੰਘ ਸਿੱਧੂ, ਕੇਵਲ ਢਿੱਲੋਂ, ਰਾਣਾ ਗੁਰਮੀਤ ਸੋਢੀ। ਕੇਵਲ ਸਿੰਘ ਢਿੱਲੋਂ ਨੂੰ ਤਾਂ ਫਿਰ ਵੀ ਕਈ ਥਾਵਾਂ ਤੇ ਦੇਖਿਆ ਗਿਆ, ਢੀਂਡਸਾ ਪਰਿਵਾਰ ਨੂੰ ਜਦੋਂ ਮਿਲਣ ਗਏ ਉਦੋਂ ਉਹਨਾਂ ਦੇ ਨਾਲ ਵੀ ਸੀ। ਨਹੀਂ, ਉਹ ਹੋ ਸਕਦਾ ਨਾ, ਕਿਉਂਕਿ ਇੱਕੋ ਇਲਾਕਾ, ਚੋਣ ਵੀ ਲੜ ਚੁੱਕੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਇਹ ਜਿਹੜਾ ਮਸਲਾ ਕਿ ਆਪਾਂ ਪਰਸੋਂ ਹੀ ਜ਼ਿਕਰ ਕੀਤਾ ਗਿਆ ਸੀ ਕਿ ਜਿਹੜੀ ਬੀਜੇਪੀ ਦੇ ਵਰਕਰ ਮਿਲੇ ਹੈਗੇ ਨੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੂੰ, ਆਪਾਂ ਪਹਿਲਾਂ ਕਹਿਤਾ ਕਿ ਇਹਨਾਂ ਦੀ ਵੀ ਮਜਬੂਰੀ ਆ। ਸੁਖਦੇਵ ਸਿੰਘ ਢੀਂਡਸਾ ਦੀ ਵੀ ਮਜਬੂਰੀ ਦਾ ਦੂਜਾ ਨਾਮ ਭਾਰਤੀ ਜਨਤਾ ਪਾਰਟੀ ਆ। ਉਹਨਾਂ ਨੇ ਕੱਲ੍ਹ ਕੋਰ ਕਮੇਟੀ ਦਾ ਫੈਸਲਾ ਕੀਤਾ ਕਿ ਅਸੀਂ ਬੀਜੇਪੀ ਨੂੰ ਹਮਾਇਤ ਕਰਾਂਗੇ। ਇਹਨਾਂ ਦੀ ਹਮਾਇਤ ਦਿੱਤੀ ਜਾਂ ਨਾ ਦਿੱਤੀ ਇੱਕ ਬਰਾਬਰ ਹੀ ਆ। ਉਹਨਾਂ ਦੀਆਂ ਨਾ ਉੱਥੇ ਵੋਟਾਂ ਬੀਜੇਪੀ ਦੀਆਂ ਘਟਣੀਆਂ ਨਾ ਵਧਣੀਆਂ ਹੈਗੀਆਂ ਨਾ, ਕਿਉਂਕਿ ਇਹਨਾਂ ਦਾ ਉੱਥੇ ਕਾਡਰ ਹੈ ਨਹੀਂ ਆ। ਔਰ ਸਭ ਤੋਂ ਵੱਡੀ ਗੱਲ ਕਿ ਹੁਣ ਸਵਾਲ ਹੈ ਕਿ ਜਿਹੜੇ ਬੀਜੇਪੀ ਨੇ ਸ਼ਾਮਲ ਕੀਤੇ ਵੱਡੇ ਚਿਹਰੇ, ਜਿਨ੍ਹਾਂ ਤੋਂ ਬੀਜੇਪੀ ਨੂੰ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਨਾ ਇਹ ਆ ਗਏ ਨੇ ਤੇ ਇਹਨਾਂ ਦੇ ਪਿੱਛੇ ਪੂਰੀ ਬਹਾਰ ਆ ਜੂਗੀ, ਵੀ ਇਹ ਕਾਂਗਰਸ ਦੇ ਉਹ ਗੁਲਦਸਤੇ 'ਚੋਂ ਟੁੱਟ ਕੇ ਫੁੱਲ ਆਏ ਨੇ, ਜਿਸ ਫੁੱਲ ਦੀ ਸਾਰੇ ਪੰਜਾਬ 'ਚ ਸਾਡੀ ਮਹਿਕ ਫੈਲੂਗੀ। ਤੇ ਹੁਣ ਸਵਾਲ ਹੈ ਕਿ ਇਹਨਾਂ ਦੇ ਪਿੱਛੇ ਲੋਕ ਨਹੀਂ ਲੱਗੇ ਹੈਗੇ, ਤੇ ਇਸ ਕਰਕੇ ਮੈਨੂੰ ਲੱਗਦਾ ਕਿ ਇਸੇ ਕਰਕੇ ਬੀਜੇਪੀ ਲੈ ਕੇ ਨਹੀਂ ਜਾ ਰਹੀ। ਲੇਕਿਨ ਕੈਪਟਨ ਅਮਰਿੰਦਰ ਸਿੰਘ ਦਾ ਰੋਡ ਸ਼ੋਅ ਹੋ ਸਕਦਾ, ਉੱਥੇ ਸੁਨੀਲ ਜਾਖੜ ਨੂੰ ਵੀ ਵਰਤਿਆ ਜਾ ਸਕਦਾ ਹੈਗਾ, ਪਰ ਪਤਾ ਨਹੀਂ ਕਿਉਂ ਨਹੀਂ ਵਰਤ ਰਹੇ, ਕਿਉਂਕਿ ਉਹ ਵੱਡੇ ਫੇਸ ਤੇ ਹੈ ਹੀ ਨਾ ਕਾਂਗਰਸ ਦੇ। ਇੱਕ ਕਾਂਗਰਸ ਦਾ ਮੁੱਖ ਮੰਤਰੀ ਰਹਿ ਚੁੱਕਾ, ਦੂਜਾ ਕਾਂਗਰਸ ਦੇ LOP ਲੀਡਰ ਰਹਿ ਚੁੱਕੇ ਨੇ, ਲੋਕ ਸਭਾ ਮੈਂਬਰ ਰਹਿ ਚੁੱਕੇ ਨੇ, ਪ੍ਰਧਾਨ ਰਹਿ ਚੁੱਕੇ ਨੇ। ਤੇ ਜੇ ਜਾਖੜ ਸਾਹਿਬ ਨੂੰ ਤੁਸੀਂ ਨਹੀਂ ਯੂਜ਼ ਕਰ ਸਕਦੇ ਨਾ ਜਲੰਧਰ ਦੇ ਵਿੱਚ, ਤੇ ਫਿਰ ਤੁਸੀਂ ਉਹਨਾਂ ਨੂੰ 24 ਨਹੀਂ ਯੂਜ਼ ਕਰ ਸਕਦੇ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਦੋਨੇ ਪਾਸੇ ਗਲਤੀ, ਜਾਂ ਦੋਨੇ ਪਾਸੇ ਈਗੋ ਆ, ਜਾਂ ਬੀਜੇਪੀ ਆਪਣੇ ਹਿਸਾਬ ਨਾਲ ਚੱਲ ਰਹੀ ਹੈਗੀ ਹੈ ਕਿ ਸ਼ਾਇਦ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ, ਇਸ ਕਰਕੇ ਇਹਨਾਂ ਨੂੰ ਬਾਹਰ ਹੀ ਰੱਖੋ ਤੇ ਜ਼ਿਆਦਾ ਵਧੀਆ ਹੈਗਾ। ਇੱਕ ਭਾਜਪਾ ਪਾਰਟੀ ਦੇ ਅੰਦਰ ਇਹ ਵੀ ਖਿੱਚੋਤਾਣ ਹੈ, ਜਿਵੇਂ ਕਾਂਗਰਸੀਆਂ ਦੇ ਵਿੱਚ ਤਾਂ ਰਹੀ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਨਹੀਂ ਖਤਮ ਹੋ ਰਹੀ, ਕਈ ਤਰ੍ਹਾਂ ਦੇ ਧੜੇ ਨੇ। ਹੁਣ ਪਹਿਲਾਂ ਵਾਲੇ ਜਿਹੜੇ ਜੱਦੀ ਪੁਸ਼ਤੀ ਆਪਦੇ ਆਪ ਨੂੰ ਭਾਜਪਾ ਹੀ ਦੱਸਦੇ ਨੇ, ਉਹਨਾਂ ਦੇ ਨਾਲ ਵੀ ਤਾਂ ਇੱਕ ਟਸਲ ਹੈ ਨਾ ਨਵੇਂ ਭਾਜਪਾਈਆਂ ਦੀ, ਉਹ ਵੀ ਹੋ ਸਕਦਾ ਕਹਿੰਦੇ ਹੁਣ ਕਿ ਇਹਨਾਂ ਦੀ ਬ੍ਰੇਕ ਲੱਗੀ ਰਵੇ ਤਾਂ ਚੰਗਾ ਹੈ, ਉਹ ਵੀ ਆਪਣੇ ਆਪ 'ਚ ਪਾਰਟੀ 'ਚ ਦਬਾਅ ਬਣਾ ਰਹੇ ਹੋ ਸਕਦੇ। ਉਹ ਤਾਂ ਹੈਗਾ, ਦੇਖੋ ਹਰ ਪਾਰਟੀ ਦੇ ਜਿਹੜਾ ਟਕਸਾਲੀ ਹੁੰਦਾ ਨਾ, ਉਹ ਤੇ ਪਾਰਟੀ ਦਾ ਟਕਸਾਲੀ ਪਾਰਟੀ ਉਹਨਾਂ ਕਰਕੇ ਖੜੀ ਹੁੰਦੀ ਆ। ਪਰ ਜ਼ਿਆਦਾਤਰ ਇਹ ਲੱਗਦਾ ਕਿ ਸਾਰੇ ਸਿਕਿਉਰਿਟੀ ਵਾਲੇ ਸੀ। ਜਿਹੜਾ ਵੀ ਬੀਜੇਪੀ 'ਚ ਜਾਂਦਾ ਹੈ ਉਹਨੂੰ X ਕੈਟਾਗਰੀ Y ਕੈਟਾਗਰੀ ਦੇ ਦਿੰਦੇ ਸੀ, 10 ਬੰਦੇ 19 ਬੰਦੇ 20 ਬੰਦੇ ਸੈਂਟਰ ਦੀ ਸਿਕਿਉਰਿਟੀ, ਸੈਂਟਰ ਦੇ ਕਮਾਂਡੋ। ਇਹ ਲੱਗਦਾ ਕਿ ਲੀਡਰ ਉੱਥੋਂ ਤੱਕ ਰਹਿ ਗਏ, ਜਾਂ ਕੀ ਭਗਵੰਤ ਮਾਨ ਸਾਹਿਬ ਦਾ ਡਰਾਵਾ ਸੀ ਕਿ ਡਰਦਿਆਂ ਮਾਰੇ ਬੀਜੇਪੀ 'ਚ ਚਲੇ ਗਏ ਕਿ ਹੁਣ ਭਗਵੰਤ ਮਾਨ ਸਾਹਿਬ ਸਾਨੂੰ ਹੱਥ ਨਹੀਂ ਲਾ ਸਕਦੇ, ਕਿਉਂਕਿ ਸਾਡੇ ਸਿਰ ਤੇ ਹੱਥ ਕਿਹਦਾ ਹੈਗਾ? ਅਮਿਤ ਸ਼ਾਹ ਤੇ ਨਰਿੰਦਰ ਮੋਦੀ ਸਾਹਿਬ ਦਾ। ਜਾਂ ਫਿਰ ਇਹ ਵਜ੍ਹਾ ਹੋ ਸਕਦੀ, ਹੋਰ ਤਾਂ ਕੋਈ ਵਜ੍ਹਾ ਹੋ ਨਹੀਂ ਸਕਦੀ। ਹੋਰ ਤਾਂ ਇਹ ਨਹੀਂ ਹੈਗਾ ਕਿ ਰਾਜਾ ਅਮਰਿੰਦਰ ਸਿੰਘ ਵੜਿੰਗ ਪ੍ਰਧਾਨ ਬਣ ਗਿਆ ਤੇ ਇਹਨਾਂ ਨੂੰ ਸਾਰਿਆਂ ਨੂੰ ਕਾਂਗਰਸ ਤੋਂ ਨਫ਼ਰਤ ਹੋ ਗਈ, ਜਾਂ ਨਵਜੋਤ ਸਿੰਘ ਸਿੱਧੂ ਆ ਗਿਆ ਤੇ ਇਹਨਾਂ ਨੂੰ ਸਾਰਿਆਂ ਨੂੰ ਨਫ਼ਰਤ ਹੋ ਗਈ। ਇਹਨਾਂ ਦੀਆਂ ਤਾਂ ਮਜਬੂਰੀਆਂ ਸੀ ਨਾ ਜੀ। ਤੇ ਇਸ ਕਰਕੇ ਇਹ ਸਵਾਲ ਇਹ ਹੈ ਕਿ ਉਹਨਾਂ ਨੂੰ ਵਰਤਣਾ ਉੱਥੇ ਕਿਉਂ ਨਹੀਂ ਵਰਤੇ ਜਾ ਰਹੇ, ਜਾਂ ਵਾਕਈ ਜਿਹੜੀ ਬੀਜੇਪੀ ਦਾ ਆਪਣਾ ਜਿਹੜਾ ਕਾਡਰ ਆ, ਜਿਹੜਾ ਮਜ਼ਬੂਤ ਕਾਡਰ ਹੈ, ਜਿਹੜਾ ਬੀਜੇਪੀ ਦਾ ਮਜ਼ਬੂਤ ਕਾਡਰ ਉਹਨਾਂ ਦੀ RSS ਆ, ਤੇ RSS ਦੀ ਫੀਡਬੈਕ ਆ ਕਿ ਇਹਨਾਂ ਨੂੰ ਨਾ ਲਿਆ ਜਾਵੇ ਤੇ ਜ਼ਿਆਦਾ ਚੰਗਾ। ਕਿਉਂਕਿ ਬੜੀ ਹੈਰਾਨੀ ਵਾਲੀ ਗੱਲ ਹੋਈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ 2022 'ਚ ਹੁਸ਼ਿਆਰਪੁਰ ਦੇ ਵਿੱਚ ਇਲੈਕਸ਼ਨ ਵਾਸਤੇ ਉਹ ਰੈਲੀ ਵਾਸਤੇ ਆਏ ਸੀ। ਉਹਨਾਂ ਨੇ ਮੋਦੀ ਸਾਹਿਬ ਨੇ ਕੀ ਕਿਹਾ ਸੀ ਭਾਸ਼ਣ ਦੇ ਵਿੱਚ ਕਿ ਪੰਜਾਬ ਨੂੰ ਕਾਂਗਰਸ ਸਰਕਾਰ ਨੇ ਲੁੱਟਿਆ। ਉਦੋਂ 4 ਸਾਲ ਪੌਣੇ 5 ਸਾਲ ਮੁੱਖ ਮੰਤਰੀ ਕੌਣ ਰਹੇ ਸੀ? ਕੈਪਟਨ ਅਮਰਿੰਦਰ ਸਿੰਘ। ਤੇ ਕੈਪਟਨ ਅਮਰਿੰਦਰ ਸਿੰਘ ਸਟੇਜ ਤੇ ਬੈਠੇ ਹੈਗੇ ਸੀ ਨਾ। ਲੋਕਾਂ ਨੇ ਅੰਦਾਜ਼ਾ ਲਾ ਲਿਆ ਸੀ ਕਿ ਪ੍ਰਧਾਨ ਮੰਤਰੀ ਕਹਿ ਰਹੇ ਕਾਂਗਰਸ ਨੂੰ ਲੁੱਟਿਆ ਹੈਗਾ, ਤੇ ਪੌਣੇ 5 ਸਾਲ ਤੇ ਕੈਪਟਨ ਅਮਰਿੰਦਰ ਸਿੰਘ ਰਹੇ ਨੇ। ਚੰਨੀ ਸਾਹਿਬ ਤੇ 111 ਦਿਨ ਵਾਸਤੇ ਰਹੇ ਨਾ ਜੀ। ਤੇ ਇਸ ਕਰਕੇ ਮੋਦੀ ਸਾਹਿਬ ਦੀ ਉਹ ਸਟੇਟਮੈਂਟ ਬੜੀ ਲੋਕਾਂ ਨੂੰ ਉਹ ਚੰਗੀ ਲੱਗੀ ਹੈਗੀ ਕਿ ਮੋਦੀ ਸਾਹਿਬ ਨੇ ਮੰਚ ਤੇ ਕੈਪਟਨ ਅਮਰਿੰਦਰ ਸਿੰਘ ਬੈਠਾ, ਜਿਨ੍ਹਾਂ ਨੇ 17 ਤੋਂ ਲੈ ਕੇ ਤੇ ਲਗਭਗ ਜੁਲਾਈ ਅਗਸਤ ਤੱਕ
ਪੰਜਾਬ ਦੀ ਬਤੌਰ ਮੁੱਖ ਮੰਤਰੀ ਕੀਤੀ ਹੈਗੀ ਹੈ। ਤੇ ਹੁਣ ਇਹ ਸਵਾਲ ਹੈ ਕਿ ਐਡੀ ਤਗੜੀ ਫਾਈਟ ਹੋ ਰਹੀ ਆ ਜਲੰਧਰ ਦੇ ਵਿੱਚ। ਆਮ ਆਦਮੀ ਪਾਰਟੀ ਹਵਾ ਬਣਾ ਚੁੱਕੀ ਆ, ਉਹ ਲੀਡਰ ਸਾਬਕਾ MLA ਸ਼ਾਮਲ ਕਰ ਰਹੇ ਨੇ, ਕੌਂਸਲਰ ਸ਼ਾਮਲ ਕਰ ਰਹੇ, ਪਿੰਡਾਂ 'ਚ ਵੀ ਜਾ ਚੁੱਕੇ, ਕੱਲ ਨਕੋਦਰ ਤੋਂ ਲੋਕ ਸ਼ਾਮਲ ਕੀਤੇ ਹੈਗੇ ਨੇ। ਤੇ ਦੂਜੇ ਪਾਸੇ BJP ਕਹਿੰਦੀ ਕਿ ਅਸੀਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣਾ ਹੈਗਾ, ਤੇ ਜਿਹੜੇ ਕਾਂਗਰਸੀਆਂ ਨੂੰ ਤੁਸੀਂ ਲੈ ਕੇ ਆਏ ਸੀ ਕਿ ਇਹਨਾਂ ਕਰਕੇ ਦਿਲ ਜਿੱਤਣਾ ਹੈਗਾ, ਉਹ ਆਪਣੇ ਦਿਲ ਕੀ ਕਹਿੰਦੇ ਨੇ ਹੌਸਲਾ ਦੇ ਕੇ ਘਰਾਂ ਦੇ ਵਿੱਚ ਬੈਠੇ ਹੈਗੇ ਨੇ। ਤੇ ਇਸ ਕਰਕੇ ਲੱਗਦਾ ਹੈ ਕਿ ਇਹ ਜਿਹੜੀ ਲੜਾਈ ਆ, ਇਹ ਲੜਾਈ ਕਾਂਗਰਸ ਤੇ ਆਪ ਦੀ ਬਣ ਕੇ ਰਹਿ ਜਾਊਗੀ, ਜਿਸ ਹਿਸਾਬ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਤੇ BJP ਦਾ ਉੱਥੇ ਮਿਲ ਰਿਹਾ, ਉਹਨਾਂ ਨੂੰ ਹਸ਼ਰ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਦੋਨਾਂ ਜਾਣਿਆਂ ਦਾ। ਬਾਕੀ ਸਿਆਸਤ ਦੇ ਵਿੱਚ ਬੜਾ ਕੁਝ ਹੋ ਜਾਂਦਾ ਹੈਗਾ, ਜੇ ਧਾਰ ਪਤਾ ਨਹੀਂ ਕਿਹੜਾ ਬਾਜੀ ਮਾਰ ਜੇ ਹੈਗੇ। ਲੇਕਿਨ ਫਿਲਹਾਲ ਇਹ ਕਹਿ ਸਕਦੇ ਕਿ ਫਾਈਟ ਤੇ ਦੋਨਾਂ ਦੇ ਵਿੱਚ ਹੀ ਆ, ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ। BJP ਲੱਗੀ ਹੋਈ ਆ ਜੋੜ ਤੋੜ ਦੇ ਕਰਨ, ਪਰ ਜਿੰਨਾ ਚਿਰ ਤੁਸੀਂ ਆਪਣੇ ਚਿਹਰੇ ਨਹੀਂ ਲੈ ਕੇ ਆਉਂਦੇ ਅੱਗੇ। ਔਰ ਦੂਜੀ ਸਭ ਤੋਂ ਵੱਡੀ ਗੱਲ ਕਿ BJP 'ਚ ਜਿੰਨਾ ਚਿਰ ਪੰਜਾਬ ਪ੍ਰਤੀ ਆਪਣਾਪਣ ਨਾ ਝਲਕਿਆ ਹੈਗਾ, BJP ਦੇ ਲੀਡਰਾਂ 'ਚ ਆਪਣਾਪਣ ਨਹੀਂ ਝਲਕਦਾ ਹੈਗਾ ਪੰਜਾਬ ਪ੍ਰਤੀ, ਤੇ ਫਿਰ ਉਹ ਜਿਹੜਾ ਲੋਕਾਂ ਨੂੰ ਨਾ ਓਪਰਾ ਲੱਗਦਾ ਹੈਗਾ। ਜਦ ਓਪਰਾ ਲੱਗਦਾ ਹੈਗਾ ਨਾ ਬੰਦਾ, ਤੇ ਫਿਰ ਉਹ ਪੈਰ ਨਹੀਂ ਜੰਮਦੇ ਹੈਗੇ। ਕਿਉਂਕਿ BJP ਨੇ ਜਿੰਨੀ ਪੰਜਾਬ 'ਚ ਸਿਆਸਤ ਕੀਤੀ, ਉਹ ਸ਼੍ਰੋਮਣੀ ਅਕਾਲੀ ਦਲ ਕਰਕੇ ਕੀਤੀ ਹੈਗੀ ਸਿਆਸਤ। ਸ਼੍ਰੋਮਣੀ ਅਕਾਲੀ ਦਲ ਕਰਕੇ ਜਿੰਨੀਆਂ ਵੀ BJP ਦੀਆਂ ਜੜ੍ਹਾਂ ਹੋਈਆਂ, ਉਹ ਸ਼੍ਰੋਮਣੀ ਅਕਾਲੀ ਦਲ ਕਰਕੇ ਹੋਈਆਂ। ਇਸ ਕਰਕੇ ਇਹਨਾਂ ਨੇ ਕਦੀ ਤੇ ਆਪ ਤੇ ਕਦੀ ਇਕੱਠ ਕੀਤੇ ਨਹੀਂ, ਆਪ ਤੇ ਕਦੀ ਰੋਡ ਸ਼ੋਅ ਕੀਤੇ ਨਹੀਂ। ਅਕਾਲੀ ਦਲ ਦੀ ਬਦੌਲਤ ਰੋਡ ਸ਼ੋਅ ਕਰਦੇ ਰਹੇ ਹੈਗੇ ਨੇ, ਕਿਉਂਕਿ ਪਿੰਡਾਂ 'ਚ ਅਕਾਲੀ ਦਲ ਇਹਨਾਂ ਦਾ ਜਿਹੜਾ ਵਰਕਰ ਸੀ ਉਹ ਜ਼ਿਆਦਾ ਸ਼ਹਿਰੀ ਸੀ, ਜਿਹੜੇ ਸਿਰਫ ਬਿਜ਼ਨਸ ਨਾਲ ਬੱਝੇ ਹੋਏ ਨੇ, ਜਿਨ੍ਹਾਂ ਨੇ ਸਵੇਰੇ ਦੁਕਾਨ ਖੋਲ੍ਹਣੀ, ਸ਼ਾਮ ਨੂੰ ਬੰਦ ਕਰਨੀ ਹੈਗੀ ਆ, ਦਫ਼ਤਰ ਜਾਣਾ, ਦਫ਼ਤਰੋਂ ਆ ਜਾਣਾ। ਤੇ ਜਿਹੜਾ ਪੇਂਡੂ ਜਿਹੜਾ ਕਾਡਰ ਹੁੰਦਾ ਕਿਸੇ ਵੀ ਪਾਰਟੀ ਦਾ, ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਹਲਾ ਹੀ ਹੁੰਦਾ। ਜ਼ਿਆਦਾਤਰ ਬੰਦਾ ਹੁੰਦਾ ਹਾੜੀ ਸੌਣੀ ਵਾਲੇ ਵਿਹਲੇ ਲੋਕ, ਜਿਨ੍ਹਾਂ ਕੰਮ ਆ ਵੀ ਰੈਲੀਆਂ ਧਰਨੇ 'ਚ ਜਾਣਾ ਹੈਗਾ। ਬਾਕੀ ਮਜ਼ਦੂਰ ਤਬਕਾ ਵਿਚਾਰੇ ਪੈਸੇ ਲੈ ਕੇ ਚਲੇ ਜਾਂਦੇ ਹੈਗੇ। ਜਿਹੜਾ ਦੁਕਾਨਦਾਰ ਬੰਦਾ, ਵਪਾਰੀ ਤਬਕਾ, ਉਹ ਤੇ 1 ਮਿੰਟ ਵੀ ਦੁਕਾਨ ਬੰਦ ਨਹੀਂ ਕਰ ਸਕਦਾ ਗਾ। ਤੇ ਇਸ ਕਰਕੇ ਜਿਹੜੀ ਸਥਿਤੀ ਆ BJP ਵਾਸਤੇ ਬੜੀ, ਕਿ ਜਿਹੜੇ ਬੰਦੇ ਤੁਸੀਂ ਸ਼ਾਮਲ ਕੀਤੇ, ਜਿਨ੍ਹਾਂ ਨੂੰ ਤੁਸੀਂ VIP ਸਿਕਿਉਰਟੀਆਂ ਦੇਤੀਆਂ, X ਕੈਟਾਗਰੀ, Y ਕੈਟਾਗਰੀ, ਉਹ ਨਹੀਂ ਆ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਧੀ ਨੂੰ ਇਹਨਾਂ ਨੇ ਬਣਾਇਆ ਹੈਗਾ, ਪ੍ਰਧਾਨ ਬਣਾਇਆ ਹੈਗਾ। ਉਹ ਪਟਿਆਲੇ ਦੌਰਾ ਕੱਢੀ ਜਾ ਰਹੇ ਹੈਗੇ ਨੇ, ਹੈ ਨਾ। ਜਲੰਧਰ ਪਟਿਆਲੇ ਤੋਂ ਕਿੰਨਾ ਕਿ ਦੂਰ, 2.5 ਘੰਟੇ ਦਾ ਰਾਹ ਹੈਗਾ। ਉਹ ਨਹੀਂ ਹੈ ਵੀ ਚਲੋ ਕੈਪਟਨ ਸਾਹਿਬ ਬੀਜੀ ਨੇ ਤੇ ਉਹਨਾਂ ਦੀ ਧੀ ਜੈਇੰਦਰ ਕੌਰ ਜਾ ਕੇ ਕਰ ਸਕਦੀ ਹੈ। ਪਰ ਸਮਝ ਨਹੀਂ ਲੱਗ ਰਹੀ ਹੈਗੀ ਅਸਲ 'ਚ BJP ਨੂੰ, ਕਿ BJP ਕੀ ਕਹਿੰਦੀ ਹੈਗੀ ਹੈ ਕਿ ਅਸੀਂ ਸਿਰਫ ਜਿਹੜਾ ਜਲੰਧਰ ਉਹ ਆਪਣੇ ਬਲਬੂਤੇ ਜਿੱਤਣਾ ਹੈਗਾ, ਸਾਡਾ ਉੱਥੇ ਕਾਡਰ ਮਜ਼ਬੂਤ ਆ। ਜੇ ਕਾਡਰ ਮਜ਼ਬੂਤ ਹੁੰਦਾ ਤਾਂ ਮਹਿੰਦਰ ਭਗਤ, ਜਿਹੜਾ ਭਗਤ ਪਰਿਵਾਰ, ਉਹ BJP ਛੱਡ ਕੇ ਨਹੀਂ ਜਾਂਦੇ, ਉਹ ਆਪ 'ਚ ਨਾ ਜਾਂਦੇ। ਪਰ ਕੁੱਲ ਮਿਲਾ ਕੇ ਲੱਗਦਾ ਕਿ BJP ਦੀ ਸਥਿਤੀ ਵੀ ਐਡੀ ਡਾਵਾਡੋਲ ਹੀ ਹੈਗੀ ਆ। ਬਾਕੀ ਅਜੇ ਦਿਨ ਪਏ ਨੇ ਬਥੇਰੇ, ਦੇਖਦੇ ਹਾਂ ਹੋਰ ਕੀ ਇਹਦੇ ਵਿੱਚ ਹੁੰਦਾ ਹੈਗਾ। ਸਵਾਲ ਇਹ ਵੀ ਹੈ ਕਿ ਜੇ ਇੱਧਰ BJP ਵੱਲੋਂ ਨਹੀਂ ਆ, ਉੱਧਰ ਕੀ ਹੁਣ ਨਵਜੋਤ ਸਿੰਘ ਸਿੱਧੂ ਨੂੰ ਵਰਤਿਆ ਜਾਊਗਾ ਕਿ ਨਹੀਂ ਵਰਤਿਆ ਜਾਊਗਾ। ਕੋਈ ਰੈਲੀ ਰੂਲੀ ਕਰਨਗੇ ਤਾਂ ਨਵਜੋਤ ਸਿੰਘ ਸਿੱਧੂ ਸਾਹਿਬ ਉਦੋਂ ਹੀ ਆਉਣਗੇ ਮੈਨੂੰ ਲੱਗਦਾ, ਕਿਉਂਕਿ ਉਹਨਾਂ ਦਾ ਵੀ ਫਾਈਨਲ ਹੋ ਗਿਆ ਕਿ ਪ੍ਰਿੰਕਾ ਗਾਂਧੀ, ਰਾਹੁਲ ਗਾਂਧੀ ਵੀ ਜਲੰਧਰ 'ਚ ਆਉਣਗੇ। ਤੇ ਫਿਰ ਉਦੋਂ ਹੀ ਛੱਕੇ ਚੌਕੇ ਮਾਰੂਗਾ ਨਵਜੋਤ ਸਿੰਘ ਸਿੱਧੂ। ਉਹ ਵੀ ਕਹਿੰਦਾ ਨੇ ਕਿ ਖਾਲੀ ਗਰਾਊਂਡ ਦੇ ਵਿੱਚ ਛੱਕੇ ਚੌਕੇ ਕੀ ਮਾਨੇ, ਜਦੋਂ ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਬੈਠੇ ਹੋਣਗੇ ਉਦੋਂ ਫਿਰ ਉਹ ਖੇਡਦੇ ਹੈਗੇ ਨੇ ਵੀ ਹੁਣ ਛੱਕੇ ਚੌਕੇ ਮਾਰੋ, ਧੱਜੀਆਂ ਉਡਾਓ ਓਪੋਜੀਸ਼ਨ ਦੀਆਂ, ਵਿਰੋਧੀਆਂ ਦੀਆਂ, ਸੈਂਟਰ ਸਰਕਾਰ ਦੀਆਂ, ਪੰਜਾਬ ਸਰਕਾਰ ਦੀਆਂ। ਫਿਰ ਹੁੰਦਾ ਕਿਉਂਕਿ ਜਦੋਂ ਤੁਹਾਡੀ ਆਡੀਅੰਸ ਤਗੜੀ ਹੋਵੇ ਤੇ ਉੱਪਰ ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਬੈਠੀ ਹੋਵੇ, ਨਵਜੋਤ ਸਿੰਘ ਸਿੱਧੂ ਸਾਹਿਬ ਛੱਡੋ, ਸਾਰਿਆਂ ਦੇ ਦਿਲ ਕਰਦਾ ਕਿ ਉਹਨਾਂ ਦੀ ਹਾਜ਼ਰੀ 'ਚ ਬੋਲੀਏ। ਸਿਮਿਲਰ ਹੀ ਇੱਦਾਂ ਹੀ ਕਿ ਅਮਿਤ ਸ਼ਾਹ ਬੈਠੇ ਹੋਣ, ਮੋਦੀ ਸਾਹਿਬ ਬੈਠੇ ਹੋਣ, ਤੇ ਫਿਰ ਸਾਨੂੰ ਭਾਸ਼ਣ ਦਾ ਮੌਕਾ ਮਿਲੇ ਤੇ ਫਿਰ ਹੀ ਸਵਾਦ ਆਊਗਾ। ਇੱਕ ਪਾਸੇ ਰਹੀ ਗੱਲ ਇਸ ਚੋਣ ਦੀ ਜਾਂ ਸਮੀਕਰਨ ਜਿਵੇਂ ਬਦਲ ਰਹੇ ਆ ਜਾਂ ਨਵੇਂ ਬਣੇ ਭਾਜਪਾ ਹੀ ਉਹਨਾਂ ਦੇ ਰੋਲ ਦੀ, ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਆ ਵੀਡੀਓ ਜਿਹੜੀ ਅੰਮ੍ਰਿਤਸਰ ਸਾਹਿਬ ਤੋਂ ਆਉਂਦੀ ਹੈ। ਔਰ ਉਹ ਵੀਡੀਓ ਦੇ ਕਰਕੇ ਹੁਣ ਜਿਹੜਾ ਨਵਾਂ ਪੱਖ ਸਾਹਮਣੇ ਆਇਆ, ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਉਸ ਕੁੜੀ ਦਾ ਜਿਸ ਨੇ ਵੀਡੀਓ ਬਣਾਈ, ਉਸਦੇ ਪਿਓ ਨੇ ਗੱਲਬਾਤ ਕੀਤੀ। ਉਹ ਸਰਪੰਚ ਵੀ ਆਪਣੇ ਆਪ ਨੂੰ ਦਾਅਵਾ ਕਰ ਰਹੇ ਨੇ ਕਿ ਉਹ ਕਾਂਗਰਸ ਵੇਲੇ ਵੀ ਰਹੇ, ਭਾਜਪਾ ਵੇਲੇ। ਉਹਨਾਂ ਦਾ ਮਕਸਦ ਕਿਸੇ ਨੂੰ ਭੜਕਾਉਣਾ ਨਹੀਂ ਸੀ। ਹਾਲਾਂਕਿ ਉਹ SGPC ਦੇ ਇੱਕ ਮੈਂਬਰ ਦੀ ਤਾਰੀਫ ਕਰਦੇ ਵੀ ਨਜ਼ਰ ਆਏ ਕਿ ਉਹਨਾਂ ਨੇ ਪਿਆਰ ਨਾਲ ਗੱਲਬਾਤ ਕੀਤੀ। ਜਿਹੜਾ ਇਹ ਪੱਖ ਸਾਹਮਣੇ ਆਇਆ, ਇਸ ਨੂੰ ਫਿਰ ਹੁਣ ਕਿਵੇਂ ਵੇਖਿਆ ਜਾਵੇ? ਸੰਦੀਪ, ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਨੇ ਨਾ ਜਿਹੜੇ ਧਾਰਮਿਕ ਸਥਾਨ ਨੇ, ਹੈ ਨਾ, ਚਾਹੇ ਉਹ ਗੁਰਦੁਆਰੇ ਨੇ, ਚਾਹੇ ਮੰਦਿਰ ਨੇ, ਅਸੀਂ ਨਾ ਪਿਕਨਿਕ ਸਪੌਟ ਬਣਾ ਲਿਆ ਹੈਗੇ ਨੇ। ਅਸੀਂ ਪਿਕਨਿਕ ਦਾ ਇੱਕ ਜ਼ਰੀਆ ਜਿਹਾ ਬਣਾ ਲਿਆ ਹੈਗਾ। ਤੁਸੀਂ ਉਹ ਸ਼ਰਧਾ ਨਾਲ ਨਹੀਂ ਆਉਂਦੇ। ਤੁਸੀਂ ਦੇਖੋ, ਲੋਕ ਦੇ ਤੇਰੇ ਦੀਆਂ ਤਸਵੀਰਾਂ ਦੇ ਤਸਵੀਰਾਂ, ਦੇ ਤੇਰੇ ਦੀਆਂ ਵੀਡੀਓ ਦੇ ਵੀਡੀਓ, ਦੇ ਤੇਰੇ ਦੀਆਂ ਸੈਲਫੀ ਤੇ ਸੈਲਫੀ। ਅਸੀਂ ਇਹ ਚੀਜ਼ਾਂ ਤੋਂ ਬਾਹਰ ਨਹੀਂ ਨਿਕਲਦੇ ਹੈਗੇ। ਮੱਥਾ ਟੇਕੋਗੇ, ਸੈਲਫੀ ਲਓਗੇ, ਪਾਓਗੇ ਸੋਸ਼ਲ ਮੀਡੀਆ ਤੇ ਮੈਨੂੰ ਲੱਗਦਾ ਕਿ ਜਿਹੜੇ ਹੁਣ ਹਰਿਆਣੇ ਤੋਂ ਭਾਈ ਸਾਹਿਬ ਬੋਲ ਰਹੇ ਨੇ, ਜੇ ਪਹਿਲਾਂ ਹੀ ਆਪਣੀ ਧੀ ਨੂੰ ਸਮਝਾ ਲੈਂਦੇ ਕਿ ਬੇਟਾ ਆਪਾਂ ਗੁਰੂ ਘਰ ਜਾ ਰਹੇ ਹਾਂ, ਆਪਾਂ ਧਾਰਮਿਕ ਸਥਾਨ 'ਤੇ ਜਾ ਰਹੇ ਨੇ, ਇਹ ਚੀਜ਼ਾਂ ਨਹੀਂ ਸ਼ੋਭਾ ਦਿੰਦੀਆਂ ਹੈਗੀਆਂ।
ਤੁਸੀਂ ਰਿਟਰੀਟ ਸੈਰਮਨੀ 'ਚ ਜਾਣਾ, ਉੱਥੇ ਤੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਉਹ ਰਿਟਰੀਟ ਸੈਰਮਨੀ ਦੇ ਵਿੱਚ ਤੁਸੀਂ ਕਿਵੇਂ ਰੰਗਾ ਰੰਗ ਪ੍ਰੋਗਰਾਮ ਬਣਾ ਲਿਆ ਹੈਗਾ। BSF ਨੇ 25,000 ਲੋਕਾਂ ਵਾਸਤੇ ਇੱਕ ਸਟੇਡੀਅਮ ਤਿਆਰ ਕਰ ਦਿੱਤਾ ਹੈਗਾ। ਜੋ ਜਵਾਕ, ਜਨਾਨੀਆਂ, ਬੁੱਢੀਆਂ, ਠੇਰੀਆਂ, ਬੰਦੇ, ਖਬੰਦੇ, ਜਵਾਕ, ਨਿਆਣੇ ਦੇ ਤਰੇ ਦੀ ਰਿਟਰੀਟ ਸੈਰਮਨੀ ਤੋਂ ਪਹਿਲਾਂ ਨੱਚਦੇ, ਭੁੜਕਦੇ, ਭੰਗੜਾ ਪਾਉਂਦੇ ਹੈਗੇ। ਯਾਰ ਕੀ ਆ ਉਹ ਪੰਜਾਬ ਵੱਢ ਕੇ ਤੁਸੀਂ ਸਰਹੱਦ ਬਣਾਈ ਆ। 10 ਲੱਖ ਲੋਕ ਮਾਰ ਕੇ 30 ਲੱਖ ਲੋਕ ਜਾੜ ਕੇ ਧੀਆਂ ਭੈਣਾਂ ਦੀਆਂ, ਪੰਜਾਬੀਆਂ ਨੇ ਇੱਕ ਦੂਜੇ ਦੀਆਂ ਬਿਪਤਾਂ ਲੁੱਟ ਕੇ ਉਹ ਸਰਹੱਦ ਬਣੀਆਂ। ਤੇ ਉਸ ਲੋਥਾਂ ਦੇ ਨਾਲ ਜਿਹੜੀ ਦੇਸ਼ ਨੂੰ ਆਜ਼ਾਦੀ ਮਿਲੀ ਆ, ਤੁਸੀਂ ਉਹਦੇ ਭੰਗੜੇ ਬਣਾ ਕੇ, ਖੁਸ਼ੀਆਂ ਮਨਾ ਕੇ, ਰੰਗਾ ਰੰਗ ਪ੍ਰੋਗਰਾਮ ਕਰਦੇ। ਉਹ ਜਦੋਂ ਜਾਂਦੇ ਨੇ ਦੇਸ਼ ਦੇ ਤਿਰੰਗਾ ਲਾ ਕੇ, ਉਹ ਠੀਕ ਹੈ ਕੁੜੀ ਆ ਗਈ ਹੋਊਗੀ। ਆਪਾਂ ਕੱਲ੍ਹ ਵੀ ਕੀਤਾ ਕਿ ਪਿਆਰ ਨਾਲ ਸਮਝਾਇਆ ਜਾ ਸਕਦਾ, ਪਰ ਉਹ ਪਿਓ ਨੂੰ ਵੀ ਚਾਹੀਦਾ ਸੀ ਕਿ ਬੇਟਾ ਆਪਾਂ ਜਾਣਾ ਹੈਗਾ, ਮੂੰਹ ਹੱਥ ਧੋ ਕੇ ਚਲੋ ਜੇ ਜ਼ਿਆਦਾ ਚੰਗਾ ਹੈਗਾ। ਹੁਣ ਸ਼ਾਇਦ ਉਹ ਕੁੜੀ ਦੇ ਭਾਵੇਂ ਨਾ ਹੋਵੇ ਮਨਸ਼ਾ, ਲੇਕਿਨ ਜਿਹੜਾ ਉਹਨੇ ਸਵਾਲ ਖੜਾ ਕਰਤਾ ਕਿ ਕੀ ਇਹ ਹਿੰਦੁਸਤਾਨੀ ਹੈ, ਉਹ ਭਈ ਪਤਾ ਨਹੀਂ 2014 ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਐਡੀ ਵੱਡੀ ਬਿਮਾਰੀ ਫੈਲ ਗਈ ਆ ਕਿ 2014 ਤੋਂ ਬਾਅਦ ਹੀ ਲੋਕਾਂ ਨੂੰ ਪਤਾ ਲੱਗਾ ਕਿ ਹਿੰਦੁਸਤਾਨ ਦੇ ਵਿੱਚ ਦੇਸ਼ ਭਗਤੀ ਆ। ਉਸ ਤੋਂ ਪਹਿਲਾਂ ਤਾਂ ਦੇਸ਼ ਭਗਤੀ ਨਹੀਂ ਹੈਗੀ। ਵੀ ਦੇਸ਼ ਯਾਦ ਕਿਵੇਂ ਹੋਇਆ? ਦੇਸ਼ ਭਗਤਾਂ ਕਰਕੇ ਯਾਦ ਹੋਇਆ। ਪਰ ਜਿਹੜਾ ਮਾਹੌਲ 2014 ਤੋਂ ਸਿਰਜ ਦਿੱਤਾ ਗਿਆ ਹਿੰਦੁਸਤਾਨ ਦੇ ਵਿੱਚ, ਇੱਕ ਦੇਸ਼ ਭਗਤੀ BJP ਕਰਕੇ ਆ ਗਈ ਹਿੰਦੁਸਤਾਨ ਦੇ ਵਿੱਚ, ਇੱਕ ਇਮਾਨਦਾਰੀ ਉਹ ਆਮ ਆਦਮੀ ਪਾਰਟੀ ਕਰਕੇ ਆ ਗਈ। ਮਤਲਬ ਉਸ ਤੋਂ ਪਹਿਲਾਂ ਦੁਨੀਆ ਸਾਰੀ ਬੇਈਮਾਨ ਸੀ। ਉਸ ਤੋਂ ਪਹਿਲਾਂ ਜਿਹੜੀ ਸਾਰੀ ਦੁਨੀਆ ਹਿੰਦੁਸਤਾਨ ਦੀ ਉਹ ਦੇਸ਼ ਭਗਤ ਨਹੀਂ ਸੀ। ਇਹ ਜਿਹੜਾ ਨੈਰੇਟਿਵ ਸਿਰਜ ਦਿੱਤਾ ਗਿਆ ਨਾ ਜੀ 2014 ਤੋਂ ਬਾਅਦ, ਹਰ ਗੱਲ ਤੇ ਆ ਜਾਂਦੇ ਇਹ ਹਿੰਦੁਸਤਾਨੀ ਆ। ਯਾਰ ਕਮਾਲ, ਏਡੇ ਬੱਚਿਆਂ ਦੇ ਵੀ, ਨਿਆਣਿਆਂ ਦੇ ਵੀ ਜ਼ਹਿਰ ਘੋਲ ਦਿੱਤਾ ਗਿਆ। ਤੇ ਫਿਰ ਉਦਣ ਕੀ ਸੀ, ਜਿੱਦਣ ਇੱਕ ਕਰਨਾਟਕਾ ਦੇ ਵਿੱਚ ਇੱਕ ਧੀ ਨੂੰ ਹਿਜਾਬ ਪਾਉਣ ਦੇ ਮਸਲੇ ਦੇ ਵਿੱਚ ਉਦੋਂ ਪੂਰੇ ਹਿੰਦੁਸਤਾਨ ਨੇ ਭੰਗੜੇ ਪਾਏ ਨੇ। ਕੀ ਉਹ ਫਿਰ ਹਿੰਦੁਸਤਾਨ ਨਹੀਂ ਸੀ? ਹਿੰਦੁਸਤਾਨ 'ਚ ਵੱਸਦਾ ਕੋਈ ਮੁਸਲਮਾਨ ਹਿੰਦੁਸਤਾਨੀ ਨਹੀਂ ਹੈਗਾ, ਹਿੰਦੁਸਤਾਨ 'ਚ ਵੱਸਦਾ ਕੋਈ ਸਿੱਖ ਹਿੰਦੁਸਤਾਨੀ ਨਹੀਂ ਹੈਗਾ। ਮਤਲਬ ਜਿਹੜਾ ਮਾਹੌਲ ਜ਼ਹਿਰ ਘੋਲ ਦਿੱਤਾ ਗਿਆ ਨਾ, ਉਹ ਸਿਆਣੇ ਕਹਿੰਦੇ ਨੇ ਜਿਹੋ ਜੀ ਤੁਸੀਂ ਫਸਲ ਬੀਜੋਗੇ ਉਹ ਵੱਢਣੀ ਪੈ ਰਹੀ। ਜਿਹੜੀ ਅੱਜ ਅਸੀਂ 2014 'ਚ ਇਹ ਫਸਲ ਬੀਜ ਰਹੇ ਹਾਂ, ਉਹ ਸਾਨੂੰ ਖੁਦ ਵੱਢਣਾ ਪੈਣਾ ਗਾ। ਅਤੇ ਜਿਹੜੇ ਹਸ਼ਰ ਹੋਣੇ ਨਾ ਆਉਣ ਵਾਲੇ ਸਮੇਂ 'ਚ ਬਹੁਤ ਮਾੜੇ ਹੋਣੇ। ਅਤੇ ਜਦੋਂ ਤੱਕ ਅਸੀਂ ਧਾਰਮਿਕ ਸਥਾਨਾਂ ਦੇ ਉੱਪਰ ਇੱਕ ਆਮ ਸ਼ਰਧਾਲੂ ਹੋ ਕੇ ਨਹੀਂ ਜਾਂਦੇ, ਅਸੀਂ ਬੜਾ ਫੈਸ਼ਨ ਜਿਹਾ ਹੋ ਕੇ ਜਾਂਦੇ, ਟੂਰਿਸਟ ਬਣਾ ਲਿਆ ਹੈਗਾ। ਉਹ ਜਦ ਤੱਕ ਸਾਡੇ ਮਨ 'ਚੋਂ ਇਹ ਨਹੀਂ ਨਾ, ਜਦ ਤੱਕ ਅਸੀਂ ਸਕੂਲਾਂ 'ਚ, ਕਾਲਜਾਂ 'ਚ, ਪਰਿਵਾਰ ਦੇ ਵਿੱਚ ਇਹੋ ਜਿਹੀਆਂ ਗੱਲਾਂ ਨਹੀਂ ਕਰਾਂਗੇ ਤੇ ਠੀਕ ਆ। ਉਹ ਕਹਿੰਦੇ ਹੁਣ ਸਵਾਲ ਆ ਗਿਆ ਕਿ ਵੀਡੀਓ ਵਾਇਰਲ ਕਿਹਨੇ ਕੀਤੀ ਆ? ਜਾਂ ਉਹ ਕੁੜੀ ਵੱਲੋਂ ਹੋਈ ਆ? ਬਣਾਈ ਕਿਉਂ? ਤੇ ਜੇ ਕਰਕੇ ਮੈਨੂੰ ਲੱਗਦਾ ਚਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮਸਲਾ ਹੱਲ ਕਰਤਾ। ਲੇਕਿਨ ਜਿਹੜਾ ਦੇਸ਼ ਦੇ ਅੰਦਰ ਜ਼ਹਿਰੀਲਾ ਸੱਪ ਬੈਠੇ ਨੇ, ਮੀਡੀਆ, ਮਤਲਬ ਜ਼ਹਿਰੀਲਾ ਮੀਡੀਆ ਜਿਹੜਾ ਬੈਠਾ ਹੈਗਾ, ਉਹਨਾਂ ਤੇ ਗੇਮ ਘੁਮਾ ਦਿੱਤੀ ਹੈਗੀ ਨਾ। ਉਹ ਕੁੜੀ ਨੇ ਜਾਣ ਬੁੱਝ ਕੇ ਇਹੋ ਜਿਹੇ ਸ਼ਬਦ ਬੋਲੇ ਨੇ ਕਿ ਹਿੰਦੁਸਤਾਨੀ ਹੈ। ਦੱਸੋ ਗੁਰਦੁਆਰਿਆਂ ਦੇ ਵਿੱਚ, ਮੰਦਿਰਾਂ ਦੇ ਵਿੱਚ ਤੁਸੀਂ ਕੈਪਰੀਆਂ ਪਾ ਕੇ ਜਾਓਗੇ ਜਾਂ ਗੱਲਾਂ ਰੰਗ ਕੇ ਜਾਓਗੇ ਤੇ ਉਹ ਤਾਂ ਗਲਤ ਗੱਲ ਆ ਜੀ। ਤੁਸੀਂ ਬਾਅਦ ਮੱਥਾ ਟੇਕ ਕੇ ਜੋ ਕੁਝ ਮਰਜ਼ੀ ਕਰ ਲਓ, ਤੁਸੀਂ ਆਪਣੇ ਕਮਰਿਆਂ ਦੇ ਵਿੱਚ ਜੋ ਮਰਜ਼ੀ ਕਰ ਲਓ। ਤੁਸੀਂ ਕੋਈ ਮੈਚ ਦੇਖਣ ਜਾ ਰਹੇ, ਠੀਕ ਆ, ਭਾਵੇਂ ਆਪਣੇ ਗੱਲਾਂ, ਮੱਥੇ, ਪਿੰਡਾ, ਸਾਰੇ ਲੱਤਾਂ, ਬਾਹਾਂ, ਜੋ ਮਰਜ਼ੀ ਦੇਸ਼ ਦਾ ਤਿਰੰਗਾ। ਪਰ ਮੈਨੂੰ ਸਵਾਲ ਹੈਗਾ ਕਿ ਹੁਣ ਜੇ ਗੱਲਾਂ ਦੇ ਉੱਪਰ ਤੇ ਬਾਹਾਂ ਦੇ ਉੱਪਰ ਦੇਸ਼ ਦਾ ਤਿਰੰਗਾ ਲਾ ਕੇ ਤੁਸੀਂ ਇੰਡੀਅਨ ਹੋ, ਹਿੰਦੁਸਤਾਨ ਵੱਸਦਾ ਦਿਲ ਦੇ ਵਿੱਚ। ਇਹ ਜਿਹੜੀ ਪੀੜ੍ਹੀ ਹੈਗੀ, ਮੈਂ ਦੱਸਦਾ ਕਿ ਜਦੋਂ ਕਾਰਗਿਲ ਹੋਈ, ਬਹੁਤ ਸਾਰੇ ਸਾਡੇ ਨੌਜਵਾਨ ਮਾਰੇ ਗਏ, ਸ਼ਹੀਦ ਹੋਏ ਨੇ, ਤੇ ਪੂਰਾ ਹਿੰਦੁਸਤਾਨ ਰੋ ਰਿਹਾ ਸੀ। ਤੇ ਟ੍ਰੇਨ ਦੇ ਵਿੱਚ ਨਾ ਜੀ, ਜੇ ਕੋਈ ਫੌਜੀ ਆਉਂਦਾ ਸੀ ਨਾ ਜੀ, ਉੱਠ ਕੇ ਖੜੇ ਹੁੰਦੇ, ਸਰ ਜੈ ਸਲੂਟ ਸਰ, ਕੁਰਸੀ ਬੈਠੋ ਜੀ, ਟ੍ਰੇਨ ਦੇ ਵਿੱਚ ਬੈਠੋ। 2 ਮਹੀਨੇ ਬਾਅਦ ਕਾਰਗਿਲ ਖਤਮ, ਲੋਕੀ ਗਏ ਤੇ ਫੌਜੀਆਂ ਦੇ ਨਾਲ ਜੋ ਧੱਕੇ ਹੋ ਰਹੇ ਨੇ, ਇਹ ਨੌਜਵਾਨ ਉੱਥੇ ਤੁਸੀਂ ਰਿਟਰੀਟ ਸੈਰਮਨੀ ਚਲੇ ਜਾਓ, ਹਿੰਦੁਸਤਾਨ ਜਿੰਦਾਬਾਦ, ਪਾਕਿਸਤਾਨ ਮੁਰਦਾਬਾਦ, ਹਿੰਦੁਸਤਾਨ ਨਫ਼ਰਤ। ਉਸ ਤੋਂ ਬਾਅਦ ਤੁਸੀਂ ਕਹਿ ਦੋ ਨਾ ਚਲੋ ਆਓ ਕਾਰਗਿਲ ਜਾਣਾ, ਆਪਾਂ ਸਰਹੱਦ ਤੇ ਲੜਾਈ ਜਾਣਾ, ਫੌਜ 'ਚ ਕਿੰਨੇ ਕੀ ਭਰਤੀ ਹੁੰਦੇ ਨੇ। ਇਹ ਸਾਰਾ ਫੈਸ਼ਨ ਬਣਾ ਲਿਆ ਕਿ ਅਸੀਂ ਗੱਲਾਂ ਦੇ ਉੱਪਰ, ਲੱਤਾਂ ਬਾਹਾਂ ਦੇ ਉੱਪਰ ਟੈਟੂ ਬਣਾਉਣ ਜੋਗੇ ਰਹਿ ਗਏ ਆ ਤੇ ਦੇਸ਼ ਭਗਤੀ ਉੱਥੋਂ ਤੱਕ ਹੀ ਆ। ਸਲਮਾਨ ਖਾਨ ਜੇਲ੍ਹ 'ਚ 4 ਘੰਟੇ ਬਾਹਰ ਲੋਕੀ ਬੈਠੇ ਰਹੇ ਨੇ, ਦੇਸ਼ ਭਗਤੀ ਉਹ ਆ। ਮਤਲਬ ਦੇਸ਼ ਦੀ ਜਿਹੜੀ ਪੀੜ੍ਹੀ ਆ, ਜਿਨ੍ਹਾਂ ਦੇ ਅੱਗੇ ਦੇਸ਼ ਨੇ ਸੇਫ ਰਹਿਣਾ, ਉਹੀ ਜਦ ਜ਼ਹਿਰ ਦੇ ਨਾਲ ਭਰੇ ਹੋਏ ਨੇ, ਉਹੀ ਜਦ ਭਟਕ ਗਏ ਹੈਗੇ ਨੇ। ਤੇ ਜਿਹੇ ਫਿਊਚਰ ਦੇ ਉੱਪਰ ਦੇਸ਼ ਨੂੰ ਮਾਣ ਨਹੀਂ ਕਰਨਾ ਚਾਹੀਦਾ। ਮਾਪਿਆਂ ਦਾ ਕਸੂਰ ਆ। ਜਿਹੜੇ ਅੱਜ ਪਿਤਾ ਆਪਣੀ ਧੀ ਦਾ ਪੱਖ ਪੂਰ ਰਹੇ ਨੇ, ਉਹਨਾਂ ਨੂੰ ਪਹਿਲਾਂ ਸਮਝਾਉਣਾ ਚਾਹੀਦਾ ਹੈ ਕਿ ਸਿੱਧਾ ਤੁਸੀਂ ਕਿਸੇ ਸੇਵਾਦਾਰ, ਆਪਾਂ ਕੱਲ੍ਹ ਵੀ ਕੀਤਾ ਕਿ ਘੱਟੋ ਘੱਟ ਉੱਥੇ ਗ੍ਰੈਜੂਏਟ ਹੋਣਾ ਚਾਹੀਦਾ, ਪੜ੍ਹਿਆ ਲਿਖਿਆ ਹੋਣਾ ਚਾਹੀਦਾ ਬੰਦਾ, ਉਹਨੂੰ ਉੱਥੇ ਖੜਾ ਹੋਣਾ ਚਾਹੀਦਾ ਹੈਗਾ, ਉਹਨੂੰ ਸਮਝਾਉਣਾ ਚਾਹੀਦਾ ਹੈਗਾ ਕਿ ਵੀਰ ਜੀ ਆਇਆਂ ਨੂੰ। ਇਹ ਤੇ ਸਾਰੇ ਧਰਮਾਂ, ਕਿਹੜਾ ਧਰਮ ਆ ਜਿਹੜਾ
ਜਿਹਦੇ ਸਾਰੇ ਦਰਵਾਜ਼ੇ ਖੁੱਲੇ ਨੇ, ਸਾਰੇ ਧਰਮਾਂ ਦੇ ਦਰਵਾਜ਼ੇ ਖੁੱਲੇ ਨੇ, ਸਾਰੀ ਜਾਤ ਵਾਸਤੇ ਖੁੱਲੇ ਨੇ। ਇੱਥੇ ਬਹੁਤ ਸਾਰੇ ਆਪੇ ਧਰਮਾਂ ਦੇ ਨਾਮ ਨਹੀਂ ਲਵਾਂਗਾ। ਸਿੱਖ ਧਰਮ ਦੇ ਵਿੱਚ ਕੋਈ ਵੀ ਅਡਾਪਟ ਕਰਕੇ, ਠੀਕ ਹੈ ਜੀ, ਉਹ ਗ੍ਰੰਥੀ ਬਣ ਸਕਦਾ ਹੈਗਾ। ਕੀ ਬਾਕੀ ਧਰਮਾਂ ਦੇ ਵਿੱਚ ਬੰਦਾ ਕਨਵਰਟ ਹੋ ਕੇ ਕੀ ਪੁਜਾਰੀ ਉਹ ਬਣ ਸਕਦਾ, ਜਾਂ ਜਿਹੜਾ ਦਰਗਾਹ ਦੀ ਜ਼ਿੰਮੇਵਾਰੀ ਲੈ ਸਕਦਾ ਹੈਗਾ, ਜਾਂ ਫਿਰ ਉਹ ਪਾਦਰੀ ਬਣ ਸਕਦਾ ਹੈਗਾ ਨਾ। ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਦੇਸ਼ ਦੀ ਜਨਤਾ ਨੂੰ ਸਮਝਾਉਣ ਵਾਲੀਆਂ ਹੈਗੀਆਂ ਨੇ ਵੀ ਇਹ ਕੀ ਹੈਗਾ। ਬਹੁਤ ਸਾਰੇ ਇੱਦਾਂ ਦੇ ਜਗ੍ਹਾ ਨੇ ਜਿੱਥੇ ਬੈਨ ਆ, ਮੰਦਰਾਂ ਦੇ ਵਿੱਚ ਔਰਤਾਂ ਨਹੀਂ ਜਾ ਸਕਦੀਆਂ, ਮੰਦਰਾਂ ਦੇ ਵਿੱਚ ਦਲਿਤ ਨਹੀਂ ਜਾ ਸਕਦੇ। ਤੇ ਹਿੰਦੁਸਤਾਨ ਦੀ ਹਜੇ 75 ਸਾਲ ਹਜੇ ਡੈਮੋਕ੍ਰੇਸੀ ਹੈਗੀ, ਇਹਨਾਂ ਨੂੰ ਹਜੇ ਸਦੀਆਂ ਲੱਗ ਜਾਣੀਆਂ ਬਦਲਦਿਆਂ ਗਿਆ। ਤੇ ਇਸ ਕਰਕੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਕਿ ਸਾਰੇ ਧਰਮਾਂ ਦੀ ਇੱਜ਼ਤ ਕਰੋ, ਆਪਣੇ 'ਚ ਭਾਵੇਂ ਪਰਪੱਕ ਰਹੋ। ਔਰ ਦੂਜਾ, ਜਦੋਂ ਤੁਸੀਂ ਕਿੱਥੇ ਵੀ ਜਾਂਦੇ, ਚਾਹੇ ਗੁਰਦੁਆਰੇ ਸਾਹਿਬ ਜਾਂਦੇ, ਚਾਹੇ ਮੰਦਿਰ ਜਾਂਦੇ, ਚਾਹੇ ਮਸਜਿਦ ਜਾਂਦੇ, ਚਾਹੇ ਤੁਸੀਂ ਦਰਗਾਹ 'ਤੇ ਜਾਂਦੇ ਹੋ, ਤੇ ਸ਼ਰਧਾ ਨਾਲ ਜਾਓ। ਇੱਦਾਂ ਦੇ ਕਰਕੇ ਨਹੀਂ ਮੈਂ ਮੂੰਹ ਤੇ ਤਿਰੰਗਾ ਕਰਕੇ ਹੀ ਅਸੀਂ ਮੱਥਾ ਟੇਕਣਾ ਹੈਗਾ ਤੇ ਅਸੀਂ ਇੰਡੀਅਨ ਹੋ ਗਏ। ਹਿੰਦੁਸਤਾਨ 'ਚ ਵੱਸਦਾ ਬੰਦਾ ਇੰਡੀਅਨ ਆ, ਚਾਹੇ ਉਹ ਕਿਸੇ ਵੀ ਧਰਮ ਦਾ, ਚਾਹੇ ਉਹ ਕਿਸੇ ਵੀ ਜਾਤ ਦਾ ਹੈਗਾ। ਤੇ ਜੇ ਵਾਰ-ਵਾਰ ਤੁਸੀਂ ਅਜਿਹੀਆਂ ਗੱਲਾਂ ਕਰੋਗੇ ਕਿ ਇੰਡੀਆ ਨਹੀਂ ਆ, ਦੱਸੋ ਗੁਰਦੁਆਰੇ ਸਾਹਿਬ ਦਾ ਤੇ ਤਿਰੰਗੇ ਦੇ ਨਾਲ ਕੀ ਮਤਲਬ ਹੈਗਾ? ਇਹ ਸਵਾਲ ਖੜਾ ਕੀਤਾ ਗਿਆ ਜਾਣ-ਬੁੱਝ ਕੇ। ਇਹ ਜਿਹੜੇ ਜ਼ਹਿਰ ਘੁਲਣ ਵਾਲੇ ਸਵਾਲ ਨਾ, ਇਹ ਦੇਸ਼ ਨੂੰ ਇਸੇ ਕਰਕੇ ਸਾਡਾ ਦੇਸ਼ ਪਛੜਿਆ ਹੋਇਆ ਨਾ। ਤੇ ਜਿੱਦਣ ਲੋਕਾਂ ਦੇ ਮਨਾਂ 'ਚੋਂ ਸੱਚਮੁੱਚ ਆਜ਼ਾਦੀ ਵਾਲੀਆਂ ਗੱਲਾਂ ਆਈਆਂ, ਖਿਆਲ ਆਜ਼ਾਦ ਹੋਣੇ ਚਾਹੀਦੇ। ਅਸੀਂ ਤਾਂ ਖਿਆਲ ਸੌੜੀ ਸੋਚਦੇ ਹਜੇ ਹਿੰਦੁਸਤਾਨੀ ਮਾਲਕ ਹੈਗੇ ਨੇ, ਜਿਸ ਕਰਕੇ ਦੇਸ਼ ਦਾ ਨੁਕਸਾਨ ਹੁੰਦਾ ਹੈਗਾ। ਜੀ ਬਹੁਤ ਸ਼ੁਕਰੀਆ, ਧੰਨਵਾਦ। ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ ਦੋ ਮੁੱਦਿਆਂ ਤੇ ਅਸੀਂ ਗੱਲਬਾਤ ਕੀਤੀ ਹੈ। ਇੱਕ ਜਲੰਧਰ ਲੋਕ ਸਭਾ ਜਿਮਣੀ ਚੋਣ ਨਾਲ ਜੁੜੀ ਹੋਈ ਗੱਲ, ਤੇ ਦੂਸਰਾ ਇਹ ਵਿਵਾਦ ਇੱਕ ਵੀਡੀਓ ਦੇ ਕਰਕੇ ਜਿਹੜਾ ਪੈਦਾ ਹੋਇਆ, ਇਸ ਦੇ ਕਾਰਨ ਕੀ ਨੇ, ਔਰ ਦੂਜਾ ਪੱਖ ਵੀ ਸਾਹਮਣੇ ਆ ਗਿਆ। ਤੁਸੀਂ ਕੀ ਸੋਚਦੇ ਹੋ? ਆਪਣੀ ਰਾਏ ਵੀ ਸਾਂਝੀ ਕਰ ਸਕਦੇ ਹੋ। ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ। ਸਾਨੂੰ ਦਿਓ ਆਗਿਆ। ਧੰਨਵਾਦ।